ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਗੁਰੂ ਦਰ 'ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਦਰ 'ਤੇ ਜੁੜ ਕੇ ਗੁਰੂ ਦੀ ਬਾਣੀ ਰਾਹੀਂ ਵਾਹਿਗੁਰੂ ਨਾਲ ਜੁੜਨ ਦਾ, ਸਾਂਝ ਪਾਉਣ ਦਾ ਨਿਮਾਣਾ ਜਿਹਾ ਉਪਰਾਲਾ ਯਤਨ ਕਰ ਰਹੇ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਦੇ ਇਸ ਪਾਵਨ ਬਚਨ ਰਾਹੀਂ ਸੋਝੀ ਬਖਸ਼ਦੇ ਨੇ ਕਿ ਹੇ ਸੱਚੇ ਪਾਤਸ਼ਾਹ, ਮੇਰਾ ਨਿਮਾਣੇ ਦਾ ਤੂੰ ਹੀ ਮਾਣ ਹੈ। ਤੇਰੇ ਤੋਂ ਬਿਨਾਂ ਕੋਈ ਮਾਣ ਨਹੀਂ ਹੈ। ਇਸ ਜਗਤ ਵਿੱਚ ਦੁਨੀਆ ਦਾ ਮਾਣ, ਲੋਕਾਂ ਦਾ ਮਾਣ ਚੀਜ਼ਾਂ ਨਾਲ, ਪੈਸੇ ਨਾਲ, ਰੁਤਬੇ ਨਾਲ, ਰੂਪ ਰੰਗ ਤਾਕਤ ਨਾਲ ਜਾਂ ਉੱਚੀ ਜਾਤ ਨਾਲ ਹੁੰਦਾ। ਪਰ ਹੇ ਵਾਹਿਗੁਰੂ, ਮੇਰਾ ਮਾਣ ਸਿਰਫ ਤੇਰੇ ਨਾਲ ਹੈ, ਕਿਉਂਕਿ ਮੇਰੇ ਕੋਲ ਉਹ ਕੁਛ ਹੈ ਹੀ ਨਹੀਂ ਜਿਹਦੇ ਨਾਲ ਦੁਨੀਆ ਵਿੱਚ ਮਾਣ ਮਿਲਦਾ, ਦੁਨੀਆ ਵਿੱਚ ਅਦਬ ਮਿਲਦਾ। ਲੋਕ ਮਾਇਆ ਮਗਰ ਭੱਜਦੇ ਨੇ, ਕਿਉਂਕਿ ਜਿਹਦੇ ਕੋਲ ਜਿੰਨੀ ਮਾਇਆ ਉਨਾ ਹੀ ਉਹਦਾ ਜਗਤ ਵਿੱਚ ਅਦਬ, ਜਗਤ ਵਿੱਚ ਮਾਣ। ਜਿਹਦੇ ਕੋਲ ਜਿੰਨੀ ਤਾਕਤ ਹੈ ਓਨਾ ਹੀ ਉਹਦਾ ਇਸ ਜਗਤ ਵਿੱਚ ਮਾਣ ਹੈ। ਇਸ ਲਈ ਲੋਕ ਇਹਨਾਂ ਚੀਜ਼ਾਂ ਦੇ ਮਗਰ ਦਿਨ ਰਾਤ ਇਹਨਾਂ ਨੂੰ ਹਾਸਲ ਕਰਨ ਲਈ ਭੱਜਦੇ ਫਿਰਦੇ ਨੇ। ਜਿਹਦੇ ਕੋਲ ਇਹ ਚੀਜ਼ਾਂ ਨਹੀਂ ਹੈ ਉਹਦਾ ਜਗਤ ਵਿੱਚ ਮਾਣ ਵੀ ਨਹੀਂ ਹੈ। ਗਰੀਬ ਆਦਮੀ ਨੂੰ ਕੌਣ ਮਾਣ ਦਿੰਦਾ? ਕੌਣ ਉਹਦਾ ਅਦਬ ਕਰਦਾ? ਕਮਜ਼ੋਰ ਆਦਮੀ ਨੂੰ ਕੌਣ ਮਾਣ ਦਿੰਦਾ? ਇਸ ਲਈ ਇਸ ਸੰਸਾਰ ਦੇ ਵਿੱਚ ਸਿਰਫ ਚੀਜ਼ਾਂ ਕਰਕੇ ਮਾਣ ਵਡਿਆਈ ਹੈ। ਜੇ ਕੋਈ ਆਦਮੀ ਵੱਡਾ ਹੈ ਤਾਂ ਉਹ ਚੀਜ਼ਾਂ ਕਰਕੇ। ਸਤਿਗੁਰੂ ਕਹਿੰਦੇ ਕੌਣ ਵੱਡਾ? ਮਾਇਆ ਵਡਿਆਈ। ਕੌਣ ਵੱਡਾ ਹੈ ਇੱਥੇ? ਇੱਥੇ ਸਭ ਮਾਇਆ ਦੀ ਵਡਿਆਈ ਹੈ। ਵੱਡੇ ਘਰ ਵਿੱਚ ਰਹਿਣ ਵਾਲਾ ਆਦਮੀ ਵੱਡਾ, ਵੱਡੀ ਕਾਰ ਚਲਾਉਣ ਵਾਲਾ ਆਦਮੀ ਵੱਡਾ, ਵੱਡੇ ਰੁਤਬੇ ਤੇ ਬੈਠਾ ਆਦਮੀ ਵੱਡਾ, ਉੱਚੀ ਜਾਤ ਵਾਲਾ ਆਦਮੀ ਉੱਚਾ ਵੱਡਾ। ਇਹਨਾਂ ਚੀਜ਼ਾਂ ਨਾਲ ਜੁੜ ਕੇ ਆਦਮੀ ਇਸ ਜਗਤ ਵਿੱਚ ਵੱਡਾ ਹੁੰਦਾ ਹੈ। ਪਰ ਜੇ ਇਹ ਚੀਜ਼ਾਂ ਨਾ ਹੋਣ ਫਿਰ ਆਦਮੀ ਕਿਵੇਂ ਵੱਡਾ ਹੋਵੇ? ਫਿਰ ਮਨੁੱਖ ਕਿਵੇਂ ਵੱਡਾ ਹੋਵੇ? ਕਿ ਵੱਡਾ ਘਰ ਨਹੀਂ ਹੈ ਪਰ ਫਿਰ ਵੀ ਆਦਮੀ ਵੱਡਾ ਹੈ।
ਵੱਡੀ ਕਾਰ ਨਹੀਂ ਹੈ ਫਿਰ ਵੀ ਵੱਡਾ ਹੈ, ਉੱਚੀ ਜ਼ਾਤ ਨਹੀਂ ਹੈ ਪਰ ਫਿਰ ਵੀ ਉੱਚਾ ਹੈ। ਇਹ ਕਿਵੇਂ ਸੰਭਵ ਹੈ? ਇਹ ਸੰਭਵ ਹੈ, ਇਹ ਚੀਜ਼, ਇਹ ਮਾਣ, ਇਹ ਵਡਿਆਈ ਗੁਰਮੁਖਾਂ ਦੇ ਭਗਤਾਂ ਦੇ ਭਾਗਾਂ ਵਿੱਚ ਆਈ ਹੈ। ਇਹ ਫਕੀਰਾਂ ਦੇ ਭਾਗਾਂ ਵਿੱਚ ਇਹ ਵਡਿਆਈ ਆਈ ਹੈ। ਦੁਨੀਆ ਚੀਜ਼ਾਂ ਨਾਲ ਆਪਣੇ ਆਪ ਨੂੰ ਵੱਡਾ ਕਰਦੀ ਹੈ ਤੇ ਭਗਤ ਉਹ ਇਹਨਾਂ ਚੀਜ਼ਾਂ ਤੋਂ ਬਿਨਾਂ ਹੀ ਉੱਚਾ ਹੋ ਜਾਂਦਾ ਹੈ, ਕਿਉਂਕਿ ਉੱਚੇ ਨਾਲ ਜੁੜ ਕੇ ਉੱਚਾ ਹੋਇਆ ਜਾਂਦਾ ਹੈ ਉਸ ਵੱਡੇ ਵਾਹਿਗੁਰੂ ਨਾਲ, ਜਿਹਦਾ ਸਭ ਮਾਣ ਹੈ, ਜਿਹਦੀਆਂ ਸਭ ਵਡਿਆਈਆਂ ਨੇ, ਜਿਹਦਾ ਸਭ ਕੁਝ ਹੈ, ਉਹਦੇ ਨਾਲ ਜੁੜ ਕੇ ਵੱਡੇ ਹੋਇਆ ਜਾਂਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ, ਹੇ ਸੱਚੇ ਪਾਤਸ਼ਾਹ ਕਰਤਾ ਤੂੰ ਮੈਂ ਮਾਣ ਨਿਮਾਣੇ। ਹੇ ਕਰਤੇ, ਹੇ ਸੱਚੇ ਪਾਤਸ਼ਾਹ, ਸਾਰੇ ਜਗਤ ਨੂੰ ਪੈਦਾ ਕਰਨ ਵਾਲੇ ਵਾਹਿਗੁਰੂ, ਮੈਂ ਨਿਮਾਣੇ ਦਾ ਤੂੰ ਹੀ ਮਾਣ ਹੈ। ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਝ ਬਿਨ ਕਿਹਾ ਮੇਰਾ ਮਾਣੋ। ਜਦ ਤੂੰ ਹੈ ਤਾਂ ਮੇਰਾ ਮਾਣ ਹੈ, ਤੇਰੇ ਤੋਂ ਬਿਨਾ ਮੇਰਾ ਭਲਾ ਕਾਹਦਾ ਮਾਣ, ਕਾਹਦੀ ਵਡਿਆਈ। ਤੇਰੇ ਤੋਂ ਬਿਨਾ ਮੈਨੂੰ ਜਾਣਦਾ ਹੀ ਕੌਣ ਹੈ। ਉਹਦੇ ਨਾਲ ਜੁੜ ਕੇ ਹੀ ਤਾਂ ਜਾਣੇ ਜਾ ਰਹੇ ਹਾਂ ਅਸੀਂ, ਉਹਦੇ ਕਰਕੇ ਹੀ ਤਾਂ ਹਾਂ ਕਿ ਹਾਂ ਜੀ ਇਹ ਗੁਰੂ ਦਾ ਸਿੱਖ ਹੈ। ਗੁਰੂ ਕਰਕੇ ਤੇ ਪਹਿਚਾਣ ਹੈ। ਇਸ ਲਈ ਸਤਿਗੁਰੂ ਕਹਿੰਦੇ ਕਿ ਇਹ ਮਾਣ ਤੇਰਾ, ਇਹ ਵਡਿਆਈ ਤੇਰੀ, ਇਹ ਸਿਫਤ ਤੇਰੀ। ਜਦੋਂ ਕੋਈ ਸਿੱਖ ਕੋਈ ਬਹੁਤ ਵੱਡਾ ਕੰਮ ਕਰ ਲੈਂਦਾ ਹੈ ਤਾਂ ਲੋਕ ਕੀ ਕਹਿੰਦੇ ਨੇ? ਲੋਕ ਕਹਿੰਦੇ ਨੇ ਜੀ ਉਹ ਫਲਾਣਾ ਸਿੱਖ, ਉਹ ਫਲਾਣਾ ਗੁਰੂ ਕਾ ਸਿੱਖ। ਇਸ ਲਈ ਮਾਣ ਕਿਹਦਾ ਹੋਇਆ? ਗੁਰੂ ਦੀ ਵਜ੍ਹਾ ਕਰਕੇ ਹੋਇਆ, ਗੁਰੂ ਨੂੰ ਜਾਣਿਆ ਜਾਂਦਾ ਹੈ। ਇਸ ਲਈ ਹੇ ਸੱਚੇ ਪਾਤਸ਼ਾਹ ਕਿਰਪਾ ਕਰ, ਇਹ ਮਾਣ, ਇਹ ਵਡਿਆਈ ਤੇਰੇ ਕਰਕੇ ਹੈ, ਤੇਰੇ ਤੋਂ ਬਿਨਾਂ ਨਹੀਂ। ਤੂੰ ਹੀ ਹੈ ਮਾਣ ਵਡਿਆਈ ਬਖਸ਼ਣ ਵਾਲਾ ਕਰਤਾ, ਤੂੰ ਮੈਂ ਮਾਣ ਨਿਮਾਣੇ। ਤੂੰ ਮੇਰਾ ਨਿਮਾਣੇ ਦਾ ਮਾਣ, ਮਾਣ ਮਹੱਤ ਨਾਮ ਧਨ ਪੱਲੇ। ਹੇ ਵਾਹਿਗੁਰੂ, ਇਹ ਮਾਣ, ਇਹ ਮਹੱਤਤਾ, ਇਹ ਵਡਿਆਈ, ਇਹ ਨਾਮ, ਇਹ ਧਨ, ਇਹ ਜੋ ਮੇਰੇ ਪੱਲੇ ਹੈ ਨਾ, ਸੱਚੇ ਸ਼ਬਦ ਸਮਾਣੇ, ਇਹ ਸੱਚੇ ਸ਼ਬਦ ਵਿੱਚ ਸਮਾਉਣ ਕਰਕੇ ਹੈ। ਜਦੋਂ ਅਸੀਂ ਗੁਰੂ ਦੇ ਸੱਚੇ ਸ਼ਬਦ ਵਿੱਚ ਜੁੜਦੇ ਹਾਂ, ਜਦੋਂ ਅਸੀਂ ਉਹਦੇ ਸੱਚੇ ਸ਼ਬਦ ਵਿੱਚ ਸਮਾਉਂਦੇ ਹਾਂ, ਉਹਦੇ ਵਿੱਚ ਇੱਕਮਿਕ ਹੁੰਦੇ ਹਾਂ, ਉਹਦੇ ਵਿੱਚ ਲੀਨ ਹੁੰਦੇ ਹਾਂ, ਤਦੋਂ ਇਹ ਮਾਣ ਵਡਿਆਈ ਮਿਲਦੀ ਹੈ। ਅਸਲ ਧਨ, ਅਸਲ ਦੌਲਤ, ਅਸਲ ਮਾਣ ਉਹਦੇ ਚਰਨਾਂ ਨਾਲ ਜੁੜਿਆ ਹੈ। ਉਹਨੂੰ ਹਿਰਦੇ ਵਿੱਚ ਵਸਾਇਆ ਜਾਂ ਉਸ ਸ਼ਬਦ ਵਿੱਚ ਲੀਨ ਹੋਇਆ, ਗੁਰੂ ਦੇ ਸ਼ਬਦ ਵਿੱਚ ਲੀਨਤਾ, ਕਿ ਸ਼ਬਦ ਦੇ ਬਹਿਣ ਵਿੱਚ ਇਸ ਤਰ੍ਹਾਂ ਬਹਿ ਗਏ ਕਿ ਖੁਦ ਦਾ ਚੇਤਾ ਹੀ ਭੁੱਲ ਗਿਆ, ਖੁਦ ਦੀ ਯਾਦ ਹੀ ਭੁੱਲ ਗਈ। ਪਤਾ ਹੀ ਨਹੀਂ ਚੱਲਿਆ ਕਿ ਮੈਂ ਕਿੱਧਰ ਗਿਆ। ਗੁਰੂ ਦੇ ਬਹਿਣ ਵਿੱਚ ਐਸਾ ਬਹਿ ਗਿਆ ਕਿ ਸਭ ਕੁਝ ਵਿਸਰ ਗਿਆ, ਸਿਰਫ ਉਹ ਇੱਕ ਵਾਹਿਗੁਰੂ ਚੇਤੇ ਰਿਹਾ, ਸਿਰਫ ਉਹ ਇੱਕ ਸ਼ਬਦ ਚੇਤੇ ਰਿਹਾ ਜਿਹੜਾ ਮੈਂ ਸੁਣ ਰਿਹਾ ਸੀ, ਜਿਸ ਸ਼ਬਦ ਦਾ ਕੀਰਤਨ ਹੋ ਰਿਹਾ ਸੀ। ਉਸ ਸ਼ਬਦ ਵਿੱਚ, ਉਹਦੇ ਬਹਿਣ ਵਿੱਚ ਐਸਾ ਬਹਿ ਗਿਆ ਕਿ ਮਨ ਦੀਆਂ ਆਸਾਂ ਤ੍ਰਿਸ਼ਨਾ, ਮਨ ਦੇ ਮੋਹ ਮਾਇਆ ਦੇ ਬੰਧਨ, ਸਭ ਝਮੇਲੇ, ਸਭ ਇੱਧਰ ਉੱਧਰ ਦੇ ਕਲੇਸ਼ ਸਭ ਵਿਸਰ ਗਏ, ਸਭ ਵਿਸਰ ਗਏ। ਸਿਰਫ ਤੇ ਸਿਰਫ ਉਹ ਵਾਹਿਗੁਰੂ
ਉਹਦੇ ਵਿੱਚ ਸਮਾਈ, ਉਹਦੇ ਵਿੱਚ ਲੀਨਤਾ, ਬਸ ਇਹੀ ਲੀਨਤਾ ਚਾਹੀਦੀ। ਨਦੀ ਸਾਗਰ ਵੱਲ ਨੂੰ ਵਹਿੰਦੀ ਹੈ, ਨਦੀ ਦੇ ਵਹਿਣ ਵਿੱਚ ਜਿਹੜੀ ਚੀਜ਼ ਬਹਿ ਗਈ ਉਹ ਸਾਗਰ ਤੱਕ ਅੱਪੜ ਜਾਂਦੀ ਹੈ। ਉਹ ਦਰਿਆ ਦੇ ਵਿੱਚ ਮਿਲ ਕੇ ਸਾਗਰ ਵਿੱਚ ਜਾ ਮਿਲੀ। ਬਿਲਕੁਲ ਐਸਾ ਹੀ ਜਿਹੜਾ ਸ਼ਬਦ ਦੇ ਬਹਿਣ ਵਿੱਚ ਬਹੇਗਾ ਉਹੀ ਵਾਹਿਗੁਰੂ ਵਿੱਚ ਲੀਨ ਹੋਵੇਗਾ, ਉਹੀ ਲੀਨ ਹੋਵੇਗਾ। ਜਿਹੜੀ ਚੀਜ਼ ਅਟਕ ਗਈ, ਕਿ ਬਹਿ ਤਾਂ ਰਹੀ ਸੀ, ਕਿ ਦਰਿਆ ਦੇ ਉੱਤੇ, ਪਾਣੀ ਦੇ ਉੱਪਰ, ਨਦੀ ਵਿੱਚ ਬਹਿ ਰਿਹਾ ਸੀ ਕੁਛ, ਕੋਈ ਲੱਕੜ ਦਾ ਟੁਕੜਾ ਜਾਂ ਕੁਛ ਵੀ ਬਹਿ ਰਿਹਾ ਸੀ, ਪਰ ਉਹ ਕਿਸੇ ਚੀਜ਼ ਨਾਲ ਅਟਕ ਗਿਆ। ਉਹ ਅਟਕ ਗਿਆ ਕਿਸੇ ਝਾੜੀ ਵਿੱਚ, ਤਾਂ ਉਹ ਸਾਗਰ ਵਿੱਚ ਨਹੀਂ ਪਹੁੰਚ ਸਕਿਆ। ਜਦੋਂ ਕੀਰਤਨ ਸੁਣਦਿਆਂ ਸੁਣਦਿਆਂ, ਕਥਾ ਸੁਣਦਿਆਂ, ਪਾਠ ਸੁਣਦਿਆਂ ਕਰਦਿਆਂ ਅਸੀਂ ਅਟਕ ਜਾਂਦੇ ਹਾਂ ਕਿਤੇ। ਅਟਕ ਕਦੋਂ ਜਾਂਦੇ ਹਾਂ? ਜਦੋਂ ਸਾਨੂੰ ਧੀਆਂ ਪੁੱਤਾਂ ਦੀਆਂ ਝਾੜੀਆਂ ਰੋਕ ਲੈਂਦੀਆਂ, ਜਦੋਂ ਸਾਨੂੰ ਕਾਮ ਕ੍ਰੋਧ ਦੀਆਂ, ਆਸਾ ਤ੍ਰਿਸ਼ਨਾ ਦੀਆਂ ਝਾੜੀਆਂ ਅਟਕਾ ਲੈਂਦੀਆਂ, ਅਸੀਂ ਵਹਿੰਦੇ ਵਹਿੰਦੇ ਰੁਕ ਜਾਂਦੇ ਹਾਂ। ਉਹਦੇ ਵਿੱਚ ਮਿਲਦੇ ਮਿਲਦੇ ਰਹਿ ਜਾਂਦੇ ਹਾਂ ਕਿ ਮਿਲਣ ਹੀ ਵਾਲੇ ਸੀ, ਬਿਲਕੁਲ ਕਿਨਾਰੇ ਤੇ ਨੇੜੇ ਪਹੁੰਚ ਗਏ ਸਾਂ, ਮੋਹ ਦੀ ਝਾੜੀ ਦੇ ਵਿੱਚ ਫਸ ਗਏ। ਮੋਹ ਦੀ ਕਿਸੇ ਕੰਦਰ ਦੇ ਵਿੱਚ ਜਾ ਲੱਗੇ, ਕਾਮ ਦੀ, ਕਿਸੇ ਵਾਸਨਾ ਦੀ, ਕਿਸੇ ਤ੍ਰਿਸ਼ਨਾ ਦੀ, ਕਿਸੇ ਆਸਾ ਦੀ। ਉਸ ਕੰਦਰ ਨੇ ਰੋਕ ਲਿਆ, ਉੱਥੇ ਅਟਕ ਗਏ। ਪਾਣੀ ਵਹੀ ਜਾਂਦਾ, ਦਰਿਆ ਵਗਦਾ ਜਾਂਦਾ, ਪਰ ਅਸੀਂ ਅਟਕ ਗਏ। ਦਰਿਆ ਥੋੜੀ ਰੁਕਿਆ, ਉਹ ਤਾਂ ਵਗਦਾ ਰਿਹਾ। ਸ਼ਬਦ ਥੋੜੀ ਰੁਕਿਆ, ਉਹ ਤਾਂ ਚੱਲਦਾ ਰਿਹਾ। ਕੀਰਤਨ ਤਾਂ ਹੁੰਦਾ ਰਿਹਾ, ਸ਼ਬਦ ਦਾ ਗਾਇਨ ਤਾਂ ਹੁੰਦਾ ਰਿਹਾ, ਉਹ ਚੱਲਦਾ ਰਿਹਾ ਲਗਾਤਾਰ। ਪਰ ਸਾਡਾ ਮਨ ਅਟਕ ਗਿਆ, ਉਹਦੇ ਵਿੱਚ ਬਹਿਣੋਂ ਰੁਕ ਗਿਆ। ਤੇ ਜਦੋਂ ਬਹਿਣੋਂ ਰੁਕ ਗਿਆ, ਉੱਥੇ ਰੁਕ ਗਿਆ ਸੀ। ਆਸਾ ਤ੍ਰਿਸ਼ਨਾਵਾਂ, ਮਨ ਦੇ ਵਿਕਾਰ ਸਾਨੂੰ ਇਸ ਤਰ੍ਹਾਂ ਰੋਕ ਲੈਂਦੇ ਨੇ। ਗੁਰੂ ਵਿੱਚ ਲੀਨ ਹੁੰਦੇ ਹੁੰਦੇ ਅਸੀਂ ਰੁਕ ਜਾਂਦੇ ਹਾਂ। ਸਾਡੀ ਮੈਂ ਮਿਟਦੀ ਮਿਟਦੀ ਫਿਰ ਰਹਿ ਜਾਂਦੀ, ਫਿਰ ਬਚ ਜਾਂਦੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ, ਇਹ ਮਾਣ ਮਹੱਤ, ਇਹ ਨਾਮ ਧਨ ਉਹਦੇ ਪੱਲੇ ਆਇਆ ਜਿਹਨੇ ਸੱਚੇ ਸ਼ਬਦ ਵਿੱਚ ਖੁਦ ਨੂੰ ਜੋੜ ਲਿਆ, ਜਿਹਨੇ ਉਹਦੇ ਸ਼ਬਦ ਵਿੱਚ ਇੱਕਮਿਕਤਾ ਹਾਸਲ ਕਰ ਲਈ, ਜਿਹਨੇ ਬਿੰਨ ਲਿਆ ਗੁਰੂ ਦੇ ਸ਼ਬਦ ਵਿੱਚ ਖੁਦ ਨੂੰ। ਬਸ ਇਹੀ ਕਰਨਾ, ਇਹ ਬਹੁਤ ਲਾਜ਼ਮੀ ਹੈ, ਇਹ ਬਹੁਤ ਜ਼ਰੂਰੀ। ਗੁਰੂ ਦੇ ਸ਼ਬਦ ਵਿੱਚ ਵਿਝਿਆ ਆਦਮੀ ਉਹ ਨਿਮਰ ਹੋਵੇਗਾ। ਗੁਰੂ ਦੇ ਸ਼ਬਦ ਵਿੱਚ ਵਿਝਿਆ ਆਦਮੀ, ਉਹਦੇ ਸ਼ਬਦ ਵਿੱਚ ਭਿੱਜਾ ਹੋਇਆ ਆਦਮੀ, ਉਹ ਬੜਾ ਪ੍ਰੇਮ ਨਾਲ ਭਰਿਆ ਹੋਵੇਗਾ, ਬੜਾ ਪ੍ਰੇਮ ਪੂਰਵਕ, ਬੜਾ ਮਨ ਕਰਕੇ ਨਿਮਰ, ਸਹਿਜ, ਅਡੋਲਤਾ, ਟਿਕਾਓ। ਇਹ ਉਹਦੇ ਕੁਝ ਲੱਛਣ ਨੇ ਜਿਹੜੇ ਹੌਲੀ ਹੌਲੀ ਸਹਿਜੇ ਸਹਿਜੇ ਪ੍ਰਗਟ ਹੋਣ ਲੱਗ ਜਾਣਗੇ। ਜਦੋਂ ਸ਼ਬਦ ਵਿੱਚ ਕੋਈ ਸਮਾਏਗਾ, ਸ਼ਬਦ ਵਿੱਚ ਕੋਈ ਜੁੜੇਗਾ, ਤੇ ਜਦੋਂ ਇਸ ਤਰ੍ਹਾਂ ਸ਼ਬਦ ਵਿੱਚ ਜੁੜ ਕੇ ਜੋ ਮਾਣ ਮਹੱਤ ਹਾਸਲ ਹੁੰਦਾ, ਜੋ ਵਡਿਆਈ ਹਾਸਲ ਹੁੰਦੀ ਹੈ, ਉਹ ਵਡਿਆਈ ਵਾਹਿਗੁਰੂ ਦੀ ਹੁੰਦੀ। ਕਿ ਉਹ ਵਡਿਆਈ ਵਾਹਿਗੁਰੂ ਦੀ ਵਡਿਆਈ ਕਹਾਈ, ਕਿਉਂਕਿ ਉਹਦੇ ਵਿੱਚ ਸਾਡਾ ਤਾਂ ਕੁਝ ਹੈ ਹੀ ਨਹੀਂ। ਉਹਦੇ ਕੀਰਤਨ ਵਿੱਚ ਜੁੜ ਕੇ, ਉਹਦੇ ਬਹਿਣ ਵਿੱਚ ਬਹਿ ਗਏ, ਤੇ ਜਿਹੜੇ ਗੁਣ ਹਾਸਲ ਹੋਏ ਉਹਦੇ, ਸਭ ਕੁਝ ਉਸ ਦਾ, ਤਾਂ ਫਿਰ ਸਾਡਾ ਉਹਦੇ ਵਿੱਚ ਕੀ? ਕੁਝ ਵੀ ਨਹੀਂ। ਤੇ ਇਹ ਵਡਿਆਈ ਇਹ ਕਦੇ ਮਿਟਦੀ ਨਹੀਂ। ਪੈਸੇ ਦੀ, ਦੌਲਤ ਸ਼ੌਹਰਤ ਦੀ ਮਿਲੀ ਵਡਿਆਈ ਉਹ ਮਿਟ ਵੀ ਜਾਂਦੀ ਹੈ। ਨੇਮ ਫੇਮ ਹਮੇਸ਼ਾ ਨਹੀਂ ਰਹਿੰਦਾ।
ਹਮੇਸ਼ਾ ਨਹੀਂ ਰਹਿੰਦਾ। ਕਿਸੇ ਬੰਦੇ ਦਾ ਅੱਜ ਬੜਾ ਨਾਮ ਹੈ, ਕੱਲ ਨੂੰ ਹੋ ਸਕਦਾ ਨਾ ਹੋਵੇ। ਬਹੁਤ ਸਾਰੇ ਲੋਕਾਂ ਦਾ ਬੜਾ ਨਾਮ ਸੀ ਕਿਸੇ ਵਕਤ, ਪਰ ਹੁਣ ਨਹੀਂ ਹੈ। ਹੁਣ ਕੌਣ ਜਾਣਦਾ ਹੈ? ਹੁਣ ਕੋਈ ਨਹੀਂ ਜਾਣਦਾ। ਇਹ ਨੇਮ ਫੇਮ ਸਭ ਮਿਟ ਜਾਂਦੇ ਨੇ ਇੱਕ ਦਿਨ, ਪਰ ਜਿਹੜਾ ਉਸ ਵਾਹਿਗੁਰੂ ਦੇ ਨਾਮ ਵਿੱਚ ਜੁੜਦਾ ਹੈ, ਉਹਦਾ ਨਾਮ ਕਦੇ ਨਹੀਂ ਮਿਟਦਾ। ਉਹ ਹਮੇਸ਼ਾ ਹੀ ਰਹਿੰਦਾ ਹੈ, ਹਮੇਸ਼ਾ ਹੀ ਉਹਦੀ ਵਡਿਆਈ, ਹਮੇਸ਼ਾ ਹੀ ਉਹਦਾ ਮਾਣ ਓਨਾ ਹੀ ਹੁੰਦਾ ਜਿੰਨਾ ਪਹਿਲਾਂ ਸੀ, ਘਟਿਆ ਨਹੀਂ। ਚਾਹੇ ਅੱਜ ਤੋਂ 50 ਸਾਲ ਪਹਿਲਾਂ ਜਾਂ 100 ਸਾਲ ਪਹਿਲਾਂ ਜਾਂ 1000 ਸਾਲ ਪਹਿਲਾਂ, ਉਹ ਵਡਿਆਈ ਉਵੇਂ ਦੀ ਉਵੇਂ ਹੀ ਰਹਿੰਦੀ ਹੈ। ਉਹ ਸੋਭਾ ਉਵੇਂ ਦੀ ਉਵੇਂ ਹੀ ਰਹਿੰਦੀ। ਇਸ ਕਰਕੇ ਸਤਿਗੁਰੂ ਸਮਝਾਉਂਦੇ, ਕਰਤਾ ਤੂੰ ਮੈਂ ਮਾਣ ਨਿਮਾਣੇ। ਹੇ ਵਾਹਿਗੁਰੂ, ਹੇ ਸੱਚੇ ਪਾਤਸ਼ਾਹ, ਤੂੰ ਮੇਰਾ ਨਿਮਾਣੇ ਦਾ ਮਾਣ ਹੈ। ਮੇਰਾ ਮਾਣ ਤੂੰ, ਤੇਰੇ ਕਰਕੇ ਮੇਰਾ ਮਾਣ ਹੈ। ਜੇ ਮੈਂ ਆਪਣੇ ਵੱਲ ਦੇਖਦਾ ਵਾਂ ਤਾਂ ਮੈਨੂੰ ਆਪਣੇ ਆਪ ਦੇ ਵਿੱਚ ਔਗਣਾਂ ਤੋਂ ਬਿਨਾਂ ਕੁਝ ਨਜ਼ਰ ਨਹੀਂ ਆਉਂਦਾ। ਹਾਂ, ਪਾਪੀ ਪਤਿਤ ਪਰਮ ਪਖੰਡੀ। ਹੇ ਵਾਹਿਗੁਰੂ, ਮੈਂ ਪਾਪੀ ਆਦਮੀ ਹਾਂ। ਮੇਰੇ ਮਨ ਅੰਦਰ ਬੜੇ ਤਰ੍ਹਾਂ ਦੇ ਵਿਕਾਰ, ਬੜੀ ਤਰ੍ਹਾਂ ਦੀਆਂ ਵਾਸਨਾਵਾਂ ਨੇ। ਪਤਿਤ ਹਾਂ, ਪਤਿਤ ਜਿਹਨੇ ਜਿਸ ਕੰਮ ਤੋਂ ਵਰਜਿਆ ਗਿਆ ਹੋਵੇ ਉਹ ਵੀ ਕੀਤਾ। ਕਿ ਬੰਦਾ ਪਤਿਤ ਹੈ ਕਿ ਫਲਾਣੇ ਕੰਮ ਕਰਨ ਤੋਂ ਰੋਕਿਆ ਗਿਆ ਸੀ ਪਰ ਟਲਿਆ ਨਹੀਂ। ਵਿਸ਼ੇ ਵਿਕਾਰ ਭੋਗਣ ਵਾਲਾ, ਵਾਸਨਾਵਾਂ ਭੋਗਣ ਵਾਲਾ, ਪਾਪ ਦੇ ਵਿੱਚ ਰਤ। ਹੇ ਵਾਹਿਗੁਰੂ, ਅਸੀਂ ਪਾਪੀ ਆਦਮੀ ਹਾਂ। ਹਾਂ, ਪਾਪੀ ਪਤਿਤ, ਪਤਿਤ ਜਿਹਨੇ ਬਹੁਤ ਸਾਰੇ ਵਿਕਾਰ ਕਮਾਏ ਨੇ, ਬਹੁਤ ਸਾਰੀਆਂ ਵਾਸਨਾਵਾਂ ਦੇ ਵਿੱਚ ਰਤ ਰਿਹਾ। ਪਰਮ ਪਾਖੰਡੀ, ਪਰਮ ਵੱਡਾ, ਸਭ ਤੋਂ ਵੱਡਾ ਪਖੰਡੀ। ਇਹ ਪਖੰਡ ਨਾਲ ਭਰਪੂਰ। ਪਖੰਡ ਕੀ? ਜੋ ਹੈ ਨਹੀਂ ਉਹ ਬਣ ਕੇ ਦੁਨੀਆ ਦੇ ਸਾਹਮਣੇ ਆਉਣਾ। ਧਰਮੀ ਨਹੀਂ ਹੈ ਪਰ ਧਰਮ ਦਾ ਪਖੰਡ ਕਰਨਾ, ਦੁਨੀਆ ਨੂੰ ਦਿਖਾਉਣਾ ਕਿ ਮੈਂ ਬੜਾ ਸਿਮਰਨ ਕਰਨ ਵਾਲਾ ਆਦਮੀ ਹਾਂ, ਜਦ ਕਿ ਹੈ ਨਹੀਂ। ਲੋਕਾਂ ਸਾਹਮਣੇ ਦਿਖਾਉਣਾ ਕਿ ਮੈਂ ਬੜੀ ਸੇਵਾ ਕਰਦਾ ਵਾਂ, ਜਦ ਕਿ ਐਸਾ ਹੈ ਨਹੀਂ। ਮੈਂ ਬੜਾ ਮਿੱਠ ਬੋਲਣਾ ਹਾਂ, ਇਸ ਤਰ੍ਹਾਂ ਨਾਲ ਮਿੱਠਾ ਬੋਲਣ ਦਾ ਢੋਂਗ ਕਰਨਾ। ਨਿਮਰਤਾ ਹੈ ਨਹੀਂ ਪਰ ਨਿਮਰਤਾ ਦਾ ਦਿਖਾਵਾ ਕਰਨਾ। ਗੁਰੂ ਨਾਨਕ ਸਾਹਿਬ ਨੇ ਕਿਹਾ, ਸਤਿਗੁਰੂ ਕਹਿੰਦੇ, ਅਪਰਾਧੀ ਦੂਣਾ ਨਿਵੈ। ਜਿਸ ਬੰਦੇ ਦੇ ਮਨ ਅੰਦਰ ਪਾਪ ਹੁੰਦਾ ਨਾ, ਅਪਰਾਧ ਹੁੰਦਾ, ਉਹ ਆਮ ਨਾਲੋਂ ਜ਼ਿਆਦਾ ਨਿਮਰਤਾ ਦਿਖਾਉਂਦਾ। ਕਿ ਜਿਸ ਬੰਦੇ ਅੰਦਰ ਨਿਮਰਤਾ ਹੈ ਉਹਦੇ ਨਾਲੋਂ ਵੀ ਵੱਧ ਕੇ ਨਿਮਰਤਾ ਦਿਖਾਉਂਦਾ। ਦੂਣਾ ਨਿਵੈ, ਦੁੱਗਣਾ। ਜਿਉਂ ਹੰਤਾ ਮਿਰਗਾ ਹੈ। ਜਿਵੇਂ ਕੋਈ ਬੰਦਾ ਸ਼ਿਕਾਰ ਕਰਨ ਵਾਸਤੇ, ਜਿਵੇਂ ਕੋਈ ਸ਼ਿਕਾਰੀ ਜ਼ਮੀਨ ਤੇ ਲੰਮਾ ਪੈ ਜਾਂਦਾ ਨਾ, ਤੇ ਉਹਦਾ ਲੰਮਾ ਪੈਣਾ ਕਿਸ ਲਈ ਹੈ? ਸ਼ਿਕਾਰ ਨੂੰ ਮਾਰਨ ਵਾਸਤੇ। ਉਹ ਲੰਮਾ ਇਸ ਲਈ ਨਹੀਂ ਪਿਆ ਕਿ ਉਹਦੇ ਅੰਦਰ ਨਿਮਰਤਾ ਬਹੁਤ ਹੈ। ਕੋਈ ਆਦਮੀ ਇਸ ਕਰਕੇ ਲੰਮਾ ਨਹੀਂ ਪਿਆ, ਇਸ ਕਰਕੇ ਬਾਰ-ਬਾਰ ਪੈਰਾਂ ਨੂੰ ਹੱਥ ਨਹੀਂ ਲਾ ਰਿਹਾ ਕਿ ਉਹਦੇ ਅੰਦਰ ਬੜੀ ਨਿਮਰਤਾ ਹੈ। ਹੋ ਸਕਦਾ ਹੈ ਉਹਦਾ ਕੋਈ ਆਪਣਾ ਸਵਾਰਥ ਹੋਵੇ। ਇਸ ਲਈ ਹੇ ਸੱਚੇ ਪਾਤਸ਼ਾਹ, ਅਸੀਂ ਤਾਂ ਇਸ ਤਰ੍ਹਾਂ ਦੇ ਪਰਮ ਪਖੰਡੀ ਹਾਂ ਕਿ ਆਪਣੇ ਸਵਾਰਥ ਲਈ ਝੁਕਦੇ ਹਾਂ। ਜਿੱਥੋਂ ਕੋਈ ਮਤਲਬ ਹੁੰਦਾ ਉੱਥੇ ਝੁਕ ਜਾਂਦੇ ਹਾਂ, ਜਿੱਥੇ ਮਤਲਬ ਨਹੀਂ ਹੁੰਦਾ ਉੱਥੇ ਤਾਂ ਅਸੀਂ ਅੱਖ ਵੀ ਨਹੀਂ ਮਿਲਾਉਂਦੇ। ਜਿੱਥੇ ਕੋਈ ਸਵਾਰਥ ਹੁੰਦਾ ਉੱਥੇ ਫਤਿਹ ਬੁਲਾ ਲਈਦੀ ਹੈ, ਜਿੱਥੇ ਨਹੀਂ ਸਵਾਰਥ ਹੁੰਦਾ ਉੱਥੇ ਦੇਖਦੇ ਵੀ ਨਹੀਂ। ਪਤਿਤ ਪਰਮ ਪਾਖੰਡੀ, ਬੜਾ ਵੱਡਾ ਪਖੰਡੀ ਹਾਂ ਮੈਂ। ਤੂੰ ਨਿਰਮਲ ਨਿਰੰਕਾਰੀ। ਹੇ ਵਾਹਿਗੁਰੂ, ਤੂੰ ਬੜਾ ਨਿਰਮਲ,
तेरे वर्गा निर्मल कोई भी नहीं। तू बड़ा पवित्र, बड़ा पावन, तू आकार तो रहत निरंकारी, तू निर्मल निरंकारी। अमृत चाख परम रस राते, अमृत नूं चख के, तेरे नाम अमृत नूं चख के तेरे रस विच रंगे गए। ਜਦੋਂ ਉਸ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ, ਨਾਮ ਰਸ ਨੂੰ ਚਖਦੇ ਹਾਂ, ਤਦੋਂ ਉਹਦੇ ਰਸ ਵਿੱਚ ਰੰਗੇ ਜਾਂਦੇ ਆ। ਉਹਦੇ ਨਾਮ ਅੰਮ੍ਰਿਤ ਦਾ ਰਸ ਐਸਾ ਹੈ ਕਿ ਉਸ ਨੂੰ ਇੱਕ ਵਾਰੀ ਆਪਣੀ ਰਸਨਾ ਤੇ ਰੱਖਿਆ ਜਾਂ ਇੱਕ ਵਾਰੀ ਉਹਦਾ ਰਸ ਆਇਆ ਤਾਂ ਫਿਰ ਮਾਇਆ ਵਾਲੇ ਪਾਸੇ ਦੀ ਰੁਚੀ ਮਰ ਜਾਂਦੀ ਹੈ। ਫਿਰ ਉਧਰ ਨੂੰ, ਮਾਇਆ ਵੱਲ ਨੂੰ ਕਦੇ ਵੀ ਨਹੀਂ ਜਾਂਦੇ। ਇਸ ਕਰਕੇ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਅੰਮ੍ਰਿਤ ਚਾਖ ਪਰਮ ਰਸ ਰਾਤੇ, ਠਾਕੁਰ ਸ਼ਰਨ ਤੁਮਾਰੀ। ਹੇ ਸੱਚੇ ਪਾਤਸ਼ਾਹ, ਹੇ ਵਾਹਿਗੁਰੂ, ਤੇਰੀ ਸ਼ਰਨ ਵਿੱਚ ਹਾਂ, ਤੇਰੀ ਸ਼ਰਨ ਵਿੱਚ। ਤੂੰ ਹੀ ਹੈ ਸ਼ਰਨ ਦਾ ਦਾਤਾ, ਤੂੰ ਹੀ ਹੈ ਆਪਣੀ ਸ਼ਰਨ ਵਿੱਚ ਰੱਖ ਕੇ ਨਿਰਮਲ ਕਰਨ ਵਾਲਾ। ਕਰਤਾ ਤੂੰ ਮੈਂ ਮਾਣ ਨਿਮਾਣੇ, ਤੂੰ ਮੇਰਾ ਨਿਮਾਣੇ ਦਾ ਮਾਣ। ਮਾਣ ਮਹੱਤ ਨਾਮ ਧਨ ਪੱਲੇ, ਸੱਚੈ ਸ਼ਬਦ ਸਮਾਣੇ। ਇਹ ਨਾਮ, ਇਹ ਧਨ, ਇਹ ਦੌਲਤ, ਇਹ ਸਭ ਇਹ ਤੇਰੇ ਚਰਨਾਂ ਨਾਲ ਜੁੜਿਆ। ਸੱਚੈ ਸ਼ਬਦ ਸਮਾਣੇ, ਸੱਚੇ ਸ਼ਬਦ ਵਿੱਚ ਜੁੜਿਆ ਹੀ ਮਾਣ ਵਡਿਆਈ ਹੈ। ਸੱਚੇ ਸ਼ਬਦ ਵਿੱਚ ਜੁੜਿਆ ਹੀ ਨਾਮ ਧਨ ਪ੍ਰਾਪਤ ਹੁੰਦਾ ਹੈ। ਰਹਾ ਤੂੰ ਪੂਰਾ ਹਮ ਊਰੇ ਹੋਸ਼ੇ। ਹੇ ਵਾਹਿਗੁਰੂ, ਤੂੰ ਪੂਰਾ ਹੈ ਤੇ ਅਸੀਂ ਊਰੇ, ਅਧੂਰੇ। ਇਸ ਜਗਤ ਵਿੱਚ ਸਿਰਫ ਤੇ ਸਿਰਫ ਇੱਕ ਵਾਹਿਗੁਰੂ ਪੂਰਾ ਹੈ, ਸਿਰਫ ਉਹਦੇ ਤੋਂ ਬਿਨਾਂ ਸਾਰਾ ਜਗਤ ਅਧੂਰਾ ਹੈ। ਪਰਮੇਸ਼ਰ ਹੀ ਹੈ ਜਿਹੜਾ ਪਰਫੈਕਟ ਹੈ, ਉਹਦੇ ਵਰਗਾ ਪਰਫੈਕਸ਼ਨਿਸਟ ਕੋਈ ਵੀ ਨਹੀਂ ਹੈ। ਅਸੀਂ ਸਭ ਅਧੂਰੇ ਹਾਂ, ਬਾਕੀ ਸਭ ਇਨਕੰਪਲੀਟ ਕਹਿ ਲਓ ਕਿ ਇਨਪਰਫੈਕਟ। ਸਿਰਫ ਵਾਹਿਗੁਰੂ ਪਰਫੈਕਟ ਹੈ, ਪੂਰਾ, ਉਹ ਅਧੂਰਾ ਨਹੀਂ। ਉਹਦੇ ਅੰਦਰ ਹਮੇਸ਼ਾ ਹੀ ਸੰਪੂਰਨਤਾ ਹੈ। ਇਸ ਲਈ ਇਸ ਗੱਲ ਨੂੰ ਸਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਆਪਣੇ ਹਿਰਦੇ ਵਿੱਚ ਵਸਾ ਲੈਣਾ ਚਾਹੀਦਾ ਹੈ ਕਿ ਵਾਹਿਗੁਰੂ ਤੋਂ ਬਿਨਾਂ, ਗੁਰੂ ਤੋਂ ਬਿਨਾਂ ਜਗਤ ਦੇ ਸਭ ਲੋਕ ਭੁੱਲਾਂ ਕਰਦੇ ਨੇ, ਗਲਤੀਆਂ ਕਰਦੇ ਨੇ। ਅਸੀਂ ਕਰਦੇ ਹਾਂ, ਤੁਸੀਂ ਕਰਦੇ ਹੋ, ਕੌਣ ਨਹੀਂ ਕਰਦਾ? ਹਰ ਬੰਦਾ ਕਰਦਾ। ਇਸ ਲਈ ਕਿਸੇ ਦੀ ਗਲਤੀ ਨੂੰ, ਕਿਸੇ ਦੀ ਭੁੱਲ ਨੂੰ ਇਗਨੋਰ ਕਰਨਾ, ਇਹ ਬਹੁਤ ਵੱਡੀ ਗੱਲ ਹੁੰਦੀ ਹੈ, ਬਹੁਤ ਵੱਡੀ। ਇੰਜ ਸਮਝੋ, ਤੁਸੀਂ ਆਪਣੇ ਘਰ ਦੇ ਵਿੱਚ ਕੋਈ ਨੌਕਰ ਰੱਖਿਆ ਤੇ ਉਹ ਨੌਕਰ ਤੁਹਾਡੇ ਘਰ ਦੇ ਕੰਮ ਕਰਦਾ ਹੈ, ਤੁਹਾਨੂੰ ਚਾਹ ਪਾਣੀ ਦਿੰਦਾ ਹੈ, ਰੋਟੀ ਪਾਣੀ ਬਣਾ ਕੇ ਦਿੰਦਾ ਹੈ। ਉਹਦਾ ਇਹੀ ਕੰਮ ਹੈ ਤੇ ਕਈ ਸਾਲਾਂ ਤੋਂ ਉਹ ਇਹੀ ਕੁਝ ਕਰ ਰਿਹਾ ਹੈ। ਰੋਜ਼ ਕਿਚਨ ਵਿੱਚੋਂ ਤੁਹਾਨੂੰ ਕਦੀ ਪਾਣੀ ਦਾ ਗਲਾਸ ਟਰੇ ਵਿੱਚ ਲਿਆ ਕੇ ਦਿੰਦਾ, ਕਦੀ ਚਾਹ ਟਰੇ ਵਿੱਚ ਰੱਖ ਕੇ ਲਿਆ ਕੇ ਦਿੰਦਾ, ਕਦੀ ਜੂਸ, ਕਦੀ ਕੁਛ, ਕਦੇ ਕੁਛ। ਇੱਕ ਦਿਨ ਉਹ ਪਾਣੀ ਦਾ ਗਲਾਸ ਲੈ ਕੇ ਆ ਰਿਹਾ ਹੈ, ਉਹ ਗਲਾਸ ਉਹਦੇ ਹੱਥੋਂ ਛੁੱਟ ਜਾਂਦਾ ਹੈ, ਟੁੱਟ ਕੇ ਡਿੱਗ ਪਿਆ। ਉਹ ਕੱਚ ਦਾ ਗਲਾਸ ਸੀ, ਟੁੱਟ ਗਿਆ। ਤੁਸੀਂ ਕੀ ਰਿਐਕਟ ਕਰੋਗੇ ਇਹਦੇ ਤੇ? ਪ੍ਰਤੀਕਿਰਿਆ ਕੀ ਹੋਵੇਗੀ? ਬਹੁਤ ਸੰਭਾਵਨਾ ਇਹ ਹੈ ਕਿ ਮੰਦਾ ਬੋਲਾਂਗੇ, ਬਹੁਤੀ ਸੰਭਾਵਨਾ ਜੋ ਜ਼ਿਆਦਾਤਰ ਹੁੰਦੀ ਹੈ ਕਿ ਉਹਨੂੰ ਬੋਲਾਂਗੇ, ਤੈਨੂੰ ਦੀਦਾ ਨਹੀਂ, ਅੰਨਾ ਹੈ ਤੂੰ, ਦਿਖਾਈ ਨਹੀਂ ਦਿੰਦਾ ਤੈਨੂੰ। ਬਹੁਤੀ ਸੰਭਾਵਨਾ ਇਹ ਹੈ। ਇੱਕ ਸੰਭਾਵਨਾ ਹੋਰ ਹੈ ਜਿਹਦੀ ਬਹੁਤ ਘੱਟ ਸੰਭਾਵਨਾ ਹੈ, ਉਹ ਇਹ
ਹੁਣ ਦੇਖੋ ਕਿ 365 ਦਿਨਾਂ ਵਿੱਚ, ਸਾਲ ਦੇ 365 ਦਿਨ ਨੇ, ਤੇ 365 ਦਿਨਾਂ ਵਿੱਚੋਂ ਕਿੰਨੀ ਵਾਰੀ ਉਸ ਜਗ੍ਹਾ ਤੋਂ ਤੁਹਾਡੇ ਸੋਫੇ ਤੋਂ ਲੈ ਕੇ ਤੁਹਾਡੇ ਕਿਚਨ ਤੱਕ ਕਿੰਨੀ ਵਾਰੀ ਆਇਆ ਗਿਆ। ਦਿਹਾੜੀ ਵਿੱਚ 10-10 ਗੇੜੇ ਲੱਗਦੇ ਹੋਣਗੇ, ਉਹਦੇ ਵੱਧ ਵੀ ਹੋ ਸਕਦਾ, ਪਰ ਉਹ ਉਹਦੇ ਛੁੱਟਾ ਨਹੀਂ ਉਹਦੇ ਹੱਥ ਵਿੱਚੋਂ ਗਲਾਸ, ਕੋਈ ਭਾਂਡਾ। ਪਰ ਸਾਲ ਵਿੱਚ ਇੱਕ ਵਾਰੀ ਹੋਇਆ, ਪੂਰੇ ਸਾਲ ਵਿੱਚ ਇੱਕ ਵਾਰੀ ਭਾਂਡਾ ਟੁੱਟ ਗਿਆ, ਇੱਕ ਵਾਰੀ ਗਲਾਸ ਟੁੱਟ ਗਿਆ। ਚਾਹੀਦਾ ਤਾਂ ਇਹ ਸੀ ਕਿ ਅਸੀਂ ਕਹਿੰਦੇ ਕਿ ਕੋਈ ਗੱਲ ਨਹੀਂ, ਮੈਂ ਤਾਂ ਸੋਚਿਆ ਸੀ ਕਿਤੇ ਤੂੰ ਰੱਬ ਤੇ ਨਹੀਂ ਹੋ ਗਿਆ, ਤੇਰੇ ਕੋਲ ਤਾਂ ਗਲਤੀ ਨਹੀਂ ਹੁੰਦੀ, ਸ਼ੁਕਰ ਹੈ ਤੇਰੇ ਕੋਲ ਵੀ ਗਲਤੀ ਹੋਈ। ਅਸੀਂ ਤਾਂ ਸੋਚਣ ਲੱਗ ਪਏ ਸੀ ਕਿ ਤੂੰ ਤੇ ਰੱਬ ਬਣ ਗਿਆ, ਕਿਉਂਕਿ ਤੇਰੇ ਹੱਥੋਂ ਦਾ ਕੋਈ ਭਾਂਡਾ ਟੁੱਟਾ ਹੀ ਨਹੀਂ। ਇੱਕ ਇਹ ਢੰਗ ਹੈ, ਇੱਕ ਢੰਗ ਇਹ ਹੈ, ਅੰਨਾ ਹੈ ਤੂੰ, ਦਿਸਦਾ ਨਹੀਂ ਤੈਨੂੰ। ਇੱਕ ਇਹ ਢੰਗ ਹੈ। ਹੁਣ ਉਸ ਦੇ ਕੋਲੋਂ ਸਾਲ ਭਰ ਦੇ ਵਿੱਚੋਂ ਇੱਕ ਜਾਂ ਦੋ ਵਾਰੀ ਮਿਸਟੇਕ ਹੋ ਗਈ, ਭਾਂਡਾ ਡਿੱਗ ਕੇ ਟੁੱਟ ਗਿਆ। ਉਹ ਤੁਹਾਡਾ ਧੀ ਪੁੱਤ ਵੀ ਹੋ ਸਕਦਾ, ਤੁਸੀਂ ਵੀ ਹੋ ਸਕਦੇ ਹੋ, ਪਤਨੀ ਹੋ ਸਕਦੀ, ਪਤੀ ਹੋ ਸਕਦਾ, ਸੱਸ ਹੋ ਸਕਦੀ, ਸਹੁਰਾ ਹੋ ਸਕਦਾ, ਕੋਈ ਵੀ ਹੋ ਸਕਦਾ। ਕਿ ਰੋਜ਼ ਰੋਜ਼ ਤਾਂ ਕੋਈ ਭਾਂਡਾ ਤੋੜਦਾ ਨਹੀਂ, ਐਸਾ ਕੋਈ ਵੀ ਨਹੀਂ ਹੁੰਦਾ। ਰੋਜ਼ ਰੋਜ਼ ਤਾਂ ਕੋਈ ਗਲਤੀ ਕਰਦਾ ਨਹੀਂ, ਕਦੇ ਕਵਾਰ ਹੁੰਦੀ ਹੈ ਤੇ ਹੋਵੇਗੀ ਹੀ। ਜੇ ਗਲਤੀ ਨਹੀਂ ਹੁੰਦੀ ਤਾਂ ਉਹ ਬੰਦਾ ਰੱਬ ਹੈ। ਜੇ ਗਲਤੀ ਨਹੀਂ ਹੁੰਦੀ, ਜੇ ਮਿਸਟੇਕ ਨਹੀਂ ਹੁੰਦੀ, ਤਾਂ ਉਹ ਪਰਮੇਸ਼ਰ ਹੈ, ਕਿਉਂਕਿ ਪਰਮੇਸ਼ਰ ਹੀ ਗਲਤੀ ਨਹੀਂ ਕਰਦਾ, ਪਰਮੇਸ਼ਰ ਹੀ ਭੁੱਲ ਨਹੀਂ ਕਰਦਾ। ਤੇ ਜੇ ਉਸ ਬੰਦੇ ਤੋਂ ਕਿਤੇ ਗਲਤੀ ਹੋ ਗਈ ਤਾਂ ਸਮਝਣਾ ਕਿ ਇਹ ਬੰਦਾ ਇਨਸਾਨ ਹੈ, ਭਗਵਾਨ ਨਹੀਂ ਹੈ। ਪਰ ਲੋਕ ਐਕਸਪੈਕਟੇਸ਼ਨ ਰੱਖਦੇ ਨੇ, ਉਮੀਦ ਰੱਖਦੇ ਨੇ ਭਗਵਾਨ ਵਾਲੀ, ਕਿ ਗਲਤੀ ਨਹੀਂ ਹੋਣੀ ਚਾਹੀਦੀ। ਤੇ ਗਲਤੀ ਤਾਂ ਰੱਬ ਕੋਲੇ ਨਹੀਂ ਹੁੰਦੀ, ਉਹੀ ਪੂਰਾ ਹੈ। ਲੋਕ ਉਮੀਦ ਰੱਖਦੇ ਨੇ ਪਰਮੇਸ਼ਰ ਵਾਲੀ ਕਿ ਗਲਤੀ ਨਾ ਕਰੇ ਕੋਈ। ਪਰ ਸਤਿਕਾਰ, ਅਦਬ ਉਹ ਪਰਮੇਸ਼ਰ ਜੈਸਾ ਨਹੀਂ, ਉਹ ਨਹੀਂ। ਜਾਂ ਤਾਂ ਦੋਨੋਂ ਪਾਸੇ ਕਿ ਹਾਂ ਠੀਕ ਹੈ, ਅਸੀਂ ਗਲਤੀ ਦੀ ਉਮੀਦ ਵੀ ਨਹੀਂ ਕਰਦੇ ਕਿ ਇਹਦੇ ਕੋਲੋਂ ਕੋਈ ਗਲਤੀ ਹੋਵੇ, ਤੇ ਅਸੀਂ ਫਿਰ ਇਹਨੂੰ ਉਹੋ ਜਿਹਾ ਅਦਬ ਵੀ ਦੇਵਾਂਗੇ, ਉਹੋ ਜਿਹਾ ਇਹਦਾ ਬਣਦਾ ਸਤਿਕਾਰ ਵੀ ਕਰਾਂਗੇ। ਐਸਾ ਹੁੰਦਾ ਨਹੀਂ, ਐਸਾ ਨਹੀਂ ਹੁੰਦਾ। ਲੋਕ ਬਣਦਾ ਅਦਬ ਨਹੀਂ ਦਿੰਦੇ, ਜੋ ਬਣਦਾ ਸਤਿਕਾਰ ਹੈ ਉਹ ਨਹੀਂ ਦਿੰਦੇ, ਪਰ ਆਸ ਰੱਖਦੇ ਨੇ ਕਿ ਗਲਤੀ ਨਾ ਕਰੇ। ਇਸ ਲਈ ਜਿਹੜਾ ਵੀ ਆਦਮੀ ਹੈ, ਮਨੁੱਖ ਹੈ, ਉਹਦੇ ਕੋਲੋਂ ਗਲਤੀ ਹੋਵੇਗੀ ਹੀ ਹੋਵੇਗੀ। ਅਕਸਰ ਕਹਿੰਦੇ ਨਾ ਕਿ ਬੰਦਾ ਗਲਤੀਆਂ ਦਾ ਪੁਤਲਾ ਹੈ ਜੀ, ਕਿਉਂਕਿ ਅਸੀਂ ਗਲਤੀਆਂ ਕਰ ਕਰਕੇ ਸਿੱਖਦੇ ਹਾਂ। ਇਸ ਲਈ ਇਸ ਗੱਲ ਨੂੰ ਜਾਣੋ, ਕੋਈ ਆਦਮੀ ਪੂਰਾ ਨਹੀਂ ਹੁੰਦਾ ਕਦੇ, ਪੂਰਾ ਸਿਰਫ ਪਰਮੇਸ਼ਰ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਤੂੰ ਪੂਰਾ ਹਮ ਓਰੇ ਹੋਸ਼ੇ, ਅਸੀਂ ਅਧੂਰੇ, ਅਸੀਂ ਗਲਤੀਆਂ ਨਾਲ ਭਰਪੂਰ, ਤੇ ਤੂੰ ਪਰਫੈਕਟ, ਤੇਰੇ ਵਿੱਚ ਕੋਈ ਗਲਤੀ ਨਹੀਂ। ਤੂੰ ਗੌਰਾ ਹਮ ਹੌਰੇ, ਤੂੰ ਬਹੁਤ ਵੱਡਾ, ਬਹੁਤ ਭਾਰਾ, ਤੇ ਅਸੀਂ ਬਹੁਤ ਹੌਲੇ, ਅਸੀਂ ਬਹੁਤ ਹੌਲੇ ਹਾਂ, ਅਸੀਂ ਬੜੇ ਹਲਕੇ ਹਾਂ। ਤੂੰ ਭਰਪੂਰ ਹੈ ਤੇ ਅਸੀਂ ਅਧੂਰੇ। ਤੁਝ ਹੀ ਮਨ ਰਾਤੇ ਅਹਨਿਸ ਪ੍ਰਵਾਤੇ, ਹੇ ਵਾਹਿਗੁਰੂ ਤੇਰੇ ਵਿੱਚ ਹੀ ਅਸੀਂ ਰੰਗੇ ਹੋਏ, ਸਾਡਾ ਮਨ ਤੇਰੇ ਵਿੱਚ ਹੀ ਰੰਗਿਆ ਹੋਇਆ। ਤੁਝ ਹੀ ਮਨ ਰਾਤੇ ਅਹਨਿਸ ਪ੍ਰਵਾਤੇ, ਦਿਨ ਰਾਤ, ਦਿਨ ਰਾਤ ਤੇਰੇ ਵਿੱਚ ਹੀ ਰੰਗੇ ਹੋਏ। ਤੁਝ ਹੀ ਮਨ ਰਾਤੇ ਅਹਨਿਸ ਪ੍ਰਵਾਤੇ, ਹਰ ਰਸਨਾ ਜਪ ਮਨ ਰੇ। ਹੇ ਮਨ, ਉਸ ਵਾਹਿਗੁਰੂ ਨੂੰ ਹਮੇਸ਼ਾ ਰਸਨਾ ਨਾਲ ਜਪ, ਹਮੇਸ਼ਾ ਉਹਨੂੰ ਸਿਮਰ, ਦਿਨ ਰਾਤ ਉਸ ਨੂੰ ਧਿਆ। ਉਸ ਤੋਂ ਬਿਨਾਂ ਹੋਰ ਕੁਛ ਨਹੀਂ, ਉਹੀ ਹੈ ਸਭ ਕੁਛ। ਦਿਨ ਰਾਤ ਆਰਾਧ, ਸਤਿਗੁਰੂ ਕਹਿੰਦੇ ਦਿਨ ਰਾਤੀ ਆਰਾਧੋ ਪਿਆਰਾ, ਨਿਮਖ ਨਾ ਕੀਜੈ ਢੀਲਾ। ਕਿ ਦਿਨ ਰਾਤ ਉਸ ਨੂੰ ਧਿਆਵੋ, ਇੱਕ ਨਿਮਖ ਵੀ ਢਿੱਲ ਨਾ ਕਰੋ, ਦੇਰੀ ਨਾ ਕਰੋ।
ਸਿਮਰੋ ਉਸ ਨੂੰ ਦਿਨ ਰਾਤ। ਤੁਮ ਸਾਚੇ ਹਮ ਤੁਮ ਹੀ ਰਾਚੇ, ਸ਼ਬਦ ਭੇਦ ਫੁਨ ਸਾਚੇ। ਹੇ ਸੱਚੇ ਪਾਤਸ਼ਾਹ, ਤੂੰ ਸੱਚਾ ਹੈ, ਅਸੀਂ ਤੇਰੇ ਵਿੱਚ ਹੀ ਰਚੇ ਹਾਂ। ਵਾਹਿਗੁਰੂ ਹੀ ਇੱਕੋ ਇੱਕ, ਇੱਕ ਮਾਤਰ ਸੱਚਾ, ਪਰਮੇਸ਼ਰ ਹੀ, ਉਹੀ ਇੱਕ ਮਾਤਰ ਸੱਚਾ। ਤੁਮ ਸਾਚੇ ਹਮ ਤੁਮ ਹੀ ਰਾਚੇ, ਅਸੀਂ ਤੇਰੇ ਵਿੱਚ ਹੀ ਰਚੇ ਹੋਏ। ਬਸ ਉਹਦੇ ਵਿੱਚ ਹੀ ਰਚਣਾ, ਝੂਠ ਵਿੱਚ ਨਹੀਂ, ਸੱਚ ਵਿੱਚ ਰਚੋ। ਸੱਚ ਵਿੱਚ, ਸੱਚ ਵਿੱਚ ਰਚ ਮਿਚ ਕੇ ਹੀ ਗੱਲ ਬਣੇਗੀ। ਗੁਰੂ ਸਾਹਿਬ ਕੀ ਕਹਿੰਦੇ? ਸਤਿਗੁਰੂ ਕਹਿੰਦੇ ਬੰਦਾ ਸੱਚ ਨੂੰ ਛੱਡ ਕੇ ਝੂਠ ਵਿੱਚ ਰਚਿਆ ਹੋਇਆ। ਰਤਨ ਤਿਆਗ ਕੌਡੀ ਸੰਗ ਰਚਿਆ, ਸਾਚ ਛੋੜ ਝੂਠ ਸੰਗ ਮਚਿਆ। ਕਿ ਸੱਚ ਨੂੰ ਛੱਡ ਕੇ ਝੂਠ ਨਾਲ ਰਚਦਾ ਮਚਦਾ। ਝੂਠ ਨੂੰ ਛੱਡੋ, ਸੱਚ ਨੂੰ ਪਕੜੋ, ਜੋ ਸਦਾ ਰਹਿਣ ਵਾਲਾ ਉਸ ਨਾਲ ਜੋੜੋ, ਉਹਦੇ ਵਿੱਚ ਰਚੋ। ਹੇ ਵਾਹਿਗੁਰੂ, ਤੁਮ ਸਾਚੇ ਹਮ ਤੁਮ ਹੀ ਰਾਚੇ, ਸ਼ਬਦ ਭੇਦ, ਜਿਨ੍ਹਾਂ ਨੇ ਸ਼ਬਦ ਦੇ ਦੁਆਰਾ ਆਪਣੇ ਮਨ ਨੂੰ ਭੇਦ ਲਿਆ, ਜਿਨ੍ਹਾਂ ਦਾ ਸ਼ਬਦ ਦੇ ਵਿੱਚ ਮਨ ਭੇਦਿਆ ਗਿਆ, ਵਿੱਝ ਗਿਆ। ਸ਼ਬਦ ਭੇਦ ਫੁਨ ਸਾਚੇ, ਉਹ ਬੰਦੇ ਹੀ ਸੱਚੇ ਹੋਏ। ਉਹਨਾਂ ਦੇ ਜੀਵਨ ਵਿੱਚ ਹੀ ਸੱਚ ਆਇਆ, ਸੱਚ ਦੀ ਪ੍ਰਧਾਨਤਾ ਹੋਈ। ਜਿਨ੍ਹਾਂ ਨੇ ਰੰਗ ਲਿਆ, ਭੇਦ ਲਿਆ ਖੁਦ ਨੂੰ। ਅਹਨਿਸ ਨਾਮ ਰਤੇ ਸੇ ਸੂਚੇ, ਜਿਹੜੇ ਦਿਨ ਰਾਤ ਵਾਹਿਗੁਰੂ ਦੇ ਨਾਮ ਵਿੱਚ ਰੰਗੇ ਗਏ, ਉਹ ਬੰਦੇ ਸੁੱਚੇ ਹੋਏ। ਉਹਨਾਂ ਦੇ ਜੀਵਨ ਦੇ ਵਿੱਚ ਸੁਚਮਤਾ ਆਈ। ਸੁਚਮਤਾ ਆਉਂਦੀ ਹੀ ਵਾਹਿਗੁਰੂ ਨਾਲ ਜੁੜਿਆ ਹੈ, ਉਸ ਤੋਂ ਬਿਨਾਂ ਸੁਚਮਤਾ ਆਉਂਦੀ ਹੋਈ ਨਹੀਂ। ਮਨ ਦੀ ਸੁਚਮਤਾ, ਹੱਥਾਂ ਪੈਰਾਂ ਦੀ ਸੁਚਮਤਾ ਆ ਜਾਏਗੀ। ਤੁਸੀਂ ਹੱਥ ਪੈਰ ਧੋ ਲਓਗੇ, ਸਾਬਣ ਲਾ ਕੇ ਮਲ ਲਓਗੇ ਚੰਗੀ ਤਰ੍ਹਾਂ। ਕਿਸੇ ਸੈਨੀਟਾਈਜ਼ਰ ਨਾਲ ਹੱਥ ਪੈਰ ਸਾਫ਼ ਕਰ ਲਓਗੇ, ਸਾਫ਼ ਹੋ ਜਾਣਗੇ। ਪਰ ਮਨ ਦੀ ਸੁਚਮਤਾ, ਉਹ ਵਾਹਿਗੁਰੂ ਵਿੱਚ ਜੁੜੇ ਬਿਨਾਂ ਨਹੀਂ ਆਵੇਗੀ। ਇਸ ਕਰਕੇ ਸਤਿਗੁਰੂ ਕਹਿੰਦੇ ਅਹਨਿਸ ਨਾਮ ਰਤੇ ਸੇ ਸੂਚੇ, ਜਿਹੜੇ ਦਿਨ ਰਾਤ ਵਾਹਿਗੁਰੂ ਦੇ ਨਾਮ ਵਿੱਚ ਰੰਗੇ ਗਏ, ਉਹ ਸੁੱਚੇ ਹੋ ਗਏ ਆਦਮੀ, ਉਹ ਸੁੱਚੇ ਹੋ ਗਏ ਬੰਦੇ। ਜਨਮ ਮਰ ਜਨਮੇ ਸੇ ਕਾਚੇ, ਜਿਹੜੇ ਜੰਮਣ ਮਰਨ ਦੇ ਗੇੜ ਵਿੱਚ ਪਏ ਰਹੇ, ਉਹ ਬੰਦੇ ਕੱਚੇ, ਜਿਨ੍ਹਾਂ ਦਾ ਇਹ ਗੇੜ ਮੁੱਕਿਆ ਹੀ ਨਹੀਂ, ਜਿਨ੍ਹਾਂ ਦਾ ਇਹ ਗੇੜ ਖਤਮ ਹੀ ਨਹੀਂ ਹੋਇਆ। ਖਿਆਲ ਰੱਖਣਾ ਕਿ ਜਨਮ ਮਰਨ ਦਾ ਗੇੜ, ਕਿ ਅਸੀਂ ਜਨਮਦੇ ਹਾਂ ਮਰਦੇ ਹਾਂ, ਉਹ ਇੱਕ ਅਲੱਗ ਗੱਲ ਹੈ, ਉਹ ਤਾਂ ਬਾਅਦ ਦੀ ਗੱਲ ਹੈ। ਪਰ ਇਸ ਜੀਵਨ ਦੇ ਵਿੱਚ ਵੀ ਅਸੀਂ ਇਸੇ ਗੇੜ ਵਿੱਚ ਪਏ ਰਹਿੰਦੇ ਹਾਂ। ਅਸੀਂ ਉਹੀ ਚੀਜ਼ਾਂ ਬਾਰ-ਬਾਰ ਦੁਹਰਾਉਂਦੇ ਰਹਿੰਦੇ ਹਾਂ, ਉਹੀ ਗੱਲਾਂ ਬਾਰ-ਬਾਰ ਕਰਦੇ ਰਹਿੰਦੇ ਹਾਂ, ਬਾਰ-ਬਾਰ। ਕੋਈ ਬੰਦਾ ਜਾਂ ਕੋਈ ਤੁਹਾਡੇ ਘਰ ਦਾ ਜੀ, ਪਤਨੀ ਜਾਂ ਪਤੀ, ਉਹ ਇੱਕੋ ਹੀ ਗੱਲ ਤੁਹਾਡੇ ਸਾਹਮਣੇ ਕਈ ਵਾਰੀ ਬੋਲ ਲੇ, ਤੁਸੀਂ ਅੱਕ ਜਾਓਗੇ, ਖਿਝ ਜਾਓਗੇ ਆਪਣੀ ਪਤਨੀ ਤੋਂ ਜਾਂ ਆਪਣੇ ਪਤੀ ਤੋਂ। ਕਿ ਇਹ ਅਕਸਰ ਇਹਦਾ ਸੁਭਾਅ ਐਸਾ ਕਿ ਇੱਕ ਗੱਲ ਬਾਰ-ਬਾਰ ਰਿਪੀਟ ਕਰਦੀ ਰਹਿੰਦੀ ਹੈ। ਬੰਦਾ ਅੱਕ ਜਾਂਦਾ, ਦੁਖੀ ਹੋ ਜਾਂਦਾ, ਜਾਂ ਪਤਨੀ ਅੱਕ ਜਾਂਦੀ ਕਿ ਮੇਰਾ ਪਤੀ ਬਾਰ-ਬਾਰ ਇੱਕੋ ਹੀ ਗੱਲ ਬੋਲਦਾ ਰਹਿੰਦਾ। ਹੁਣ ਜਿਹੜਾ ਬੰਦਾ ਬਾਰ-ਬਾਰ ਇੱਕੋ ਹੀ ਗਲਤੀ, ਇੱਕੋ ਹੀ ਕੰਮ ਬਾਰ-ਬਾਰ ਕਰੀ ਜਾਂਦਾ ਤੇ ਸਮਝਦਾ ਵੀ ਨਹੀਂ ਉਸ ਗੱਲ ਨੂੰ, ਸਮੁੱਚਾ ਜੀਵਨ ਉਹ ਉਹੀ ਭੁੱਲਾਂ ਕਰੀ ਜਾਂਦਾ। ਉਹੀ ਕਿਸੇ ਨੇ ਟੋਕ ਵੀ ਦਿੱਤਾ, ਕਿਸੇ ਨੇ ਰੋਕ ਵੀ ਦਿੱਤਾ ਕਿ ਭਾਈ ਇਹ ਠੀਕ ਨਹੀਂ, ਪਰ ਫਿਰ ਵੀ ਨਹੀਂ ਸੁਣਿਆ, ਫਿਰ ਵੀ ਨਹੀਂ ਸਮਝਿਆ। ਇਹ ਵਾਲਾ ਗੇੜ ਮੁੱਕਣ 'ਚ ਹੀ ਨਹੀਂ ਆਉਂਦਾ। ਜੀਵਨ ਮੁੱਕਣ ਤੇ ਆ ਗਿਆ, ਪਰ ਇਹ ਗੇੜ ਮੁੱਕਣ ਤੇ ਨਹੀਂ ਆਇਆ। ਬਹੁਤ ਵਾਰੀ ਦੱਸਿਆ, ਬਹੁਤ ਵਾਰੀ ਸ਼ਿਕਾਇਤਾਂ ਹੋਈਆਂ, ਬਹੁਤ ਵਾਰੀ ਗਲਤੀਆਂ ਦੱਸੀਆਂ ਗਈਆਂ, ਠੀਕ ਹੀ ਨਹੀਂ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਸ ਬੰਦੇ ਨੂੰ ਲੱਗਦਾ ਹੀ ਨਹੀਂ ਕਿ ਮੈਂ ਗਲਤ ਹਾਂ। ਉਹਨੂੰ ਲੱਗਦਾ ਹੀ ਨਹੀਂ। ਅਸੀਂ ਬਹੁਤ ਵਾਰੀ ਜਨਮੇ ਹੋਵਾਂਗੇ, ਪਰ ਹਰ ਵਾਰੀ ਸਾਨੂੰ ਕਦੀ ਲੱਗਿਆ ਹੀ ਨਹੀਂ ਕਿ ਅਸੀਂ ਗਲਤ ਹਾਂ। ਸਾਨੂੰ ਹਮੇਸ਼ਾ ਹੀ ਇਹ ਲੱਗਦਾ ਕਿ ਮੈਂ ਤਾਂ ਚੰਗਾ ਹੀ ਹਾਂ, ਮੈਂ ਤਾਂ ਭਲਾ ਪੁਰਸ਼ ਹੀ ਹਾਂ,
ਮੈਂ ਤਾਂ ਚੰਗੇ ਹੀ ਕੰਮ ਕਰਦਾ, ਮੈਂ ਤਾਂ ਦਾਨ ਪੁੰਨ ਨਹੀਂ ਕਰਦਾ, ਸੇਵਾ ਸਿਮਰਨ ਹੀ ਕਰਦਾ। ਹਮੇਸ਼ਾ ਹੀ ਇਹ ਲੱਗਦਾ ਹੈ। ਹੋ ਸਕਦਾ ਹੈ ਕਿ ਹਰ ਜਨਮ ਵਿੱਚ ਐਸਾ ਹੀ ਲੱਗਦਾ ਹੋਵੇ, ਜਿਵੇਂ ਉਸ ਆਦਮੀ ਨੂੰ ਇਹੀ ਲੱਗਦਾ ਕਿ ਮੈਂ ਤਾਂ ਚੰਗਾ ਹੀ ਆਦਮੀ ਆ, ਭਲਾ ਹੀ ਆਦਮੀ ਆ, ਮੈਂ ਤਾਂ ਕੁਝ ਗਲਤੀ ਕਰਦਾ ਹੀ ਨਹੀਂ, ਜਦ ਕਿ ਉਹ ਇੱਕੋ ਹੀ ਗਲਤੀ ਬਾਰ-ਬਾਰ ਕਰੀ ਜਾਂਦਾ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਜਿਹੜਾ ਇਸ ਗੇੜ ਵਿੱਚ ਪਿਆ ਹੈ ਨਾ, ਉਹ ਕੱਚਾ ਆਦਮੀ ਆ। ਜਨਮ ਮਰੇ ਸੇ ਕਾਚੇ, ਜਿਹੜੇ ਜੰਮਣ ਮਰਨ ਦੇ ਗੇੜ ਵਿੱਚ ਪਏ, ਬਾਰ-ਬਾਰ ਉਹੀ ਗਲਤੀਆਂ ਕਰੀ ਜਾਂਦੇ, ਬਾਰ-ਬਾਰ ਉੱਥੇ ਹੀ ਘੁੰਮੀ ਜਾਂਦੇ, ਉਹ ਕੱਚੇ ਨੇ। ਅਵਰ ਨਾ ਦੀਸੈ ਕਿਸਾ ਲਾਹੀ, ਉਸ ਵਾਹਿਗੁਰੂ ਤੋਂ ਬਿਨਾਂ ਕੋਈ ਹੋਰ ਦਿਸਦਾ ਨਹੀਂ, ਕਿਹਨੂੰ ਸਲਾਹੀਏ? ਉਹੀ ਹੈ ਇੱਕੋ ਇੱਕ। ਅਵਰ ਨਾ ਦੀਸੈ ਕਿਸਾ ਲਾਹੀ, ਤਿਸੈ ਸ਼ਰੀਕ ਨਾ ਕੋਈ, ਉਸ ਵਾਹਿਗੁਰੂ ਦਾ ਕੋਈ ਸ਼ਰੀਕ ਨਹੀਂ ਹੈ। ਉਸ ਪਰਮੇਸ਼ਰ ਦਾ ਕੋਈ ਸ਼ਰੀਕ ਨਹੀਂ, ਉਹਦੇ ਬਰਾਬਰ ਦਾ। ਉਹਦੇ ਬਰਾਬਰ ਕੌਣ ਹੈ? ਕੋਈ ਵੀ ਨਹੀਂ। ਪ੍ਰਣਵਤ ਨਾਨਕ ਦਾਸਨ ਦਾਸਾ, ਗੁਰਮਤਿ ਜਾਣਿਆ ਸੋਈ। ਸਤਿਗੁਰੂ ਕਹਿੰਦੇ, ਹੇ ਸੱਚੇ ਪਾਤਸ਼ਾਹ, ਤੇਰੇ ਚਰਨਾਂ ਦੇ ਵਿੱਚ ਬੇਨਤੀ ਕਿ ਤੇਰੇ ਦਾਸਾਂ ਦੇ ਦਾਸ ਹੋ ਜਾਈਏ। ਗੁਰੂ ਦੀ ਮੱਤ ਤੇ ਚੱਲ ਕੇ ਜਦੋਂ ਬੰਦਾ ਦਾਸ ਹੋ ਜਾਂਦਾ ਹੈ, ਨਿਮਰ ਹੋ ਜਾਂਦਾ ਹੈ, ਤਦੋਂ ਉਸ ਨੂੰ ਜਾਣ ਪਾਉਂਦਾ ਹੈ। ਗੁਰਮਤਿ ਜਾਣਿਆ ਸੋਈ, ਗੁਰੂ ਦੀ ਮੱਤ ਤੇ ਚੱਲ ਕੇ ਜਾਣਿਆ, ਗੁਰੂ ਦੀ ਮੱਤ ਤੇ ਤੁਰ ਕੇ ਹੀ ਜਾਣ ਸਕਾਂਗੇ। ਆਪਣੇ ਮਨ ਦਾ ਹੰਕਾਰ, ਆਪਣੇ ਮਨ ਦੀ ਮੈਂ ਨੂੰ ਛੱਡ ਕੇ ਹੀ ਉਸ ਨੂੰ ਜਾਣ ਸਕਾਂਗੇ, ਉਸ ਤੋਂ ਬਿਨਾਂ ਨਹੀਂ। ਸਤਿਗੁਰੂ ਰਹਿਮਤ ਕਰੇ ਸਾਡੇ ਸਭ ਦੇ ਮਨਾਂ ਅੰਦਰ ਗੁਰੂ ਦੀ ਮੱਤ ਵਸੇ, ਗੁਰੂ ਦੀ ਮੱਤ ਦੇ ਮੁਤਾਬਕ ਤੁਰ ਸਕੀਏ ਅਤੇ ਨਿਮਰ ਹੋ ਸਕੀਏ, ਤਾਂ ਹੀ ਗੁਰੂ ਦੇ ਦਰ ਪ੍ਰਵਾਨ ਹੋਵਾਂਗੇ। ਹੋਈਆਂ ਭੁੱਲਾਂ ਲਈ ਖਿਮਾ। ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।